शंका। जे कोई प्रेमी कहे कि आप नारायण सतगुरु नानक देव साहिब जी ने 1526 विक्रमी संमत ਨੂੰ परम पितर अवतार धारिया है, तां कई सो मुखो जलो जेतो कहे ठाकोरो जोनी तुक पढ़ के सरदा लाउंदे हन। ਉਹ ਕਹਿੰਦੇ ਹਨ, ਜੇ ਆਪ ਜੀ ਕਹਿੰਦੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਨੇ ਮਾਤਾ ਪਿਤਾ ਤੋਂ ਅਵਤਾਰ ਧਾਰਿਆ ਹੈ ਤਾਂ ਉਹਨਾਂ ਨੂੰ ਭਗਵਾਨ ਜੀ ਕਿਉਂ ਕਹਿੰਦੇ ਹੋ? ਉੱਤਰ, ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀ ਬੇਅਦਬੀ ਕਰਦੇ ਜਾਣ ਕੇ ਸਾਕਤ ਟੋਰ ਚੋਰ ਕਹਿ ਕੇ ਤਾੜਿਆ ਹੈ, ਜੋ ਪੱਥਰ ਦੀ ਬੱਟੀ ਨੂੰ ਠਾਕਰ ਜੋਨੀ ਚ ਆਏ ਕਹਿੰਦੇ ਹਨ। ਜਿਸ ਸ਼ਬਦ ਚ ਜਿਹੜਾ ਪ੍ਰਕਰਨ ਹੋਵੇ ਉਸੇ ਅਨੁਸਾਰ ਤੁਕ ਦੇ ਅਰਥ ਹੁੰਦੇ ਹਨ। ਸੋ ਇਹ ਤੁਕ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਜਾਂ ਭਗਤਾਂ ਸ਼ਹੀਦਾਂ ਬਾਬਤ ਨਹੀਂ ਕਹੀ ਅਤੇ ਨਾ ਹੀ ਕਹਿਣੀ ਚਾਹੀਦੀ ਹੈ। ਜਦੋਂ ਜਦੋਂ ਸੰਸਾਰ ਤੇ ਅਰਸ ਤੇ ਪਾਪ ਹੁੰਦੇ ਹਨ, ਤਦੋਂ ਤਦੋਂ ਭਗਵਾਨ ਜੀ ਸਤਿਗੁਰਾਂ ਸੰਤਾਂ ਭਗਤਾਂ ਸ਼ਹੀਦਾਂ ਦੇ ਸਰੂਪ ਚ ਪ੍ਰਗਟ ਹੁੰਦੇ ਹਨ। ਜਥਾ ਜਬ ਜਬ ਹੋਤ ਅਰਸ ਤੇ ਅਪਾਰਾ ਤਬ ਤਬ ਦੇਹ ਧਰਤ ਅਵਤਾਰਾ। ਵਾਹਿਗੁਰੂ ਜਿਵੇਂ ਬੱਦਲ ਆਕਾਸ਼ ਚ ਪ੍ਰਗਟ ਹੋ ਕੇ ਵਰਖਾ ਦਾ ਪਰਵਕਾਰ ਕਰਕੇ ਸੁਤੰਤਰ ਹੀ ਅਲੋਪ ਹੋ ਜਾਂਦਾ ਹੈ, ਇਸ ਤਰ੍ਹਾਂ ਸ੍ਰੀ ਸਤਿਗੁਰੂ ਸਾਹਿਬ ਜੀ ਕਰਮ ਜਾਲ ਤੋਂ ਸੁਤੰਤਰ ਬ੍ਰਹਮ ਰੂਪੀ ਆਕਾਸ਼ ਚ ਪ੍ਰਗਟ ਹੋ ਕੇ ਸਾਚ ਨਾਮ ਕੀ ਅੰਮ੍ਰਿਤ ਵਰਖਾ ਅਨੇਕ ਪਰਵਕਾਰ ਕਰਕੇ ਸ਼ਹੀਦੀ ਪਾ ਕੇ ਸੁਤੰਤਰ ਅਲੋਪ ਹੋ ਜਾਂਦੇ ਹਨ। ਸਤਿਗੁਰਾਂ ਦੇ ਆਸ਼ੇ ਦੇ ਉਲਟ ਜੇ ਕੋਈ ਨਿੰਦਕ ਉਹਨਾਂ ਨੂੰ ਜੂਨੀ ਚ ਆਏ ਜੀਵ ਕਹੇ ਤਾਂ ਠੀਕ ਨਹੀਂ, ਕਿਉਂਕਿ ਉਹ ਸਦਾ ਨਿਰਲੇਪ ਹਨ। ਸਤਿਗੁਰਾਂ ਦੇ ਸ਼ਹੀਦ ਹੋਣ ਵਾਲੇ ਗੁਰਮੁਖ ਮਾਤਾ ਪਿਤਾ ਕਰਕੇ ਪ੍ਰਗਟ ਹੋਏ ਹਨ। ਇਸ ਤੋਂ ਗੁਣ ਲੈਣਾ ਚਾਹੀਦਾ ਹੈ ਬਈ ਉਹਨਾਂ ਨੇ ਆਪਣੇ ਮਾਤਾ ਪਿਤਾ ਜੀ ਨੂੰ ਸਫਲੇ ਕਰ ਦਿੱਤਾ। ਜੀਵ ਤੋਂ ਸ਼ਹੀਦ ਬ੍ਰਹਮ ਗਿਆਨੀ ਬ੍ਰਹਮ ਹੀ ਬਣ ਗਏ। ਕਿਤਨੀ ਵੱਡੀ ਵਡਿਆਈ ਹੈ ਉਹਨਾਂ ਸ਼ਹੀਦਾਂ ਦੀ। ਜਥਾ ਦੇਖਿਆ ਤਿਹੂ ਲੋਕ ਕਾ ਪੀਓ ਉਚਾਰੋ ਜੋ ਭਇਆ ਜੀਵ ਤੇ ਸੀਓ। ਵਾਹ ਵਾਹ ਕਿਤਨੀ ਬੇਸ਼ੁਮਾਰ ਵਡਿਆਈ ਹੈ ਅੰਗਾਂ ਕਟਾਉਣ ਵਾਲਿਆਂ ਦੀ। ਜੂਨੀ ਚ ਆ ਕੇ ਅਮਰ ਤੇ ਸ਼ਹੀਦ ਪਦਵੀ ਨੂੰ ਪ੍ਰਾਪਤ ਹੋਏ। ਕਈ ਜੂਨੀ ਚ ਆਉਣ ਨੂੰ ਗੁਲਿਆਨੀ ਸਮਝਦੇ ਹਨ। ਵਾਹਿਗੁਰੂ ਜੀ ਦੀ ਰਜਾ ਅਨੁਸਾਰ ਮਹਾਂਪੁਰਖਾਂ ਦੀ ਨਰਕ ਸੁਰਗ ਤੇ ਸਮਦ੍ਰਿਸ਼ਟੀ ਹੈ। ਉਹ ਸਭ ਦੇ ਮਾਲਕ ਪਾਲਕ ਬਣ ਕੇ ਵੀ ਨਿਰਲੇਪ ਸਭ ਦੀ ਚਰਨ ਧੂੜੇ ਬਣੇ ਰਹਿੰਦੇ ਹਨ। ਇਸ ਲਈ ਸਤਿਗੁਰਾਂ ਤੇ ਅਮਰ ਸ਼ਹੀਦਾਂ ਮਹਾਂਪੁਰਸ਼ਾਂ ਤੇ ਘਟਾ ਕੇ ਸੋ ਮੋਖੋ ਜਲੋ ਜਿਤ ਕਹੇ ਠਾਕੁਰੋ ਜੋਨੀ ਤੁਕ ਨਹੀਂ ਪੜਨੀ ਜੀ। ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸਮੂਹ ਅੱਖਰ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਬ੍ਰਹਮ ਸਰੂਪ ਮੰਨਦੇ ਹਨ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਨਿਰਗੁਣ ਸਰੂਪ ਜੀ ਦੁਆਰਾ ਬੇਅੰਤ ਬ੍ਰਹਮੰਡ ਰਚੇ ਹਨ। ਆਪ ਹੀ ਆਪਣੇ ਨਿਰਗੁਣ ਸਰੂਪ ਦੁਆਰਾ ਹਰ ਵਕਤ ਅਸੰਖ ਸੂਰਜਾਂ ਚੰਦਰਮਿਆਂ ਤਾਰਿਆਂ ਬਿਜਲੀਆਂ ਅਗਨੀਆਂ ਟਟਿਆਣਿਆਂ ਨੂੰ ਪ੍ਰਕਾਸ਼ ਰਹੇ ਹਨ। ਸੱਤੇ ਬਲਵੰਡ ਜੀ ਨੇ ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਭਾਰੀ ਮਹਿਮਾ ਕੀਤੀ ਤਦੋਂ ਕੋੜ ਚੁੱਕਿਆ ਗਿਆ। ਧੰਨ ਗੁਰੂ ਨਾਨਕ ਸਾਹਿਬ ਜੀ ਰੱਬ ਸਰੂਪ ਹਨ। ਸੋ ਮੂੰਹ ਸੜ ਜਾਣ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬਾਰੇ ਇਹ ਤੁਕ ਪੜ੍ਹ ਕੇ ਸਰਦੜ ਲਾਉਂਦੇ ਹਨ। ਹੇ ਗੁਰੂ ਨਾਨਕ ਇੱਕ ਓੰਕਾਰ ਨਿਰੰਕਾਰ ਪੂਰਨ ਬ੍ਰਹਮ ਜੀਓ। ਸਾਨੂੰ ਨਾਸਤਕਾਂ ਨੂੰ ਆਪਣੀ ਪ੍ਰੇਮਾ ਭਗਤੀ ਪੂਰਨ ਸਰਦਾ ਜੁਗ ਜੁਗ ਆਪਣੀ ਸੁਭ ਸੱਚੀ ਸੇਵਾ ਬਖਸ਼ੋ ਜੀ। ਆਪਣੇ ਪਰਮ ਪਾਕ ਦਰਸ਼ਨ ਬਖਸ਼ੋ ਜੀ। ਪੂਰਨ ਸਤਿਗੁਰਾਂ ਬਾਰੇ ਉਪਰੋਕਤ ਤੁਕ ਤਾਂ ਕੀ ਪੜ੍ਹਨੀ ਹੈ, ਸਤਿਗੁਰਾਂ ਦੇ ਸਿੱਖਾਂ ਸ਼ਹੀਦਾਂ ਬਾਰੇ ਵੀ ਨਹੀਂ ਪੜ੍ਹਨੀ ਜੀ। ਉੱਤਰ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪੂਰਨ ਬ੍ਰਹਮ ਮੰਨਣ ਪੂਜਣ ਵਾਲੇ ਸਨਮੁਖ ਸ਼ਹੀਦ ਸੰਤ ਭਗਤ ਵੀ ਰੱਬ ਸਰੂਪ ਹਨ। ਸਤਿਗੁਰੂ ਦਸਵੇਂ ਪਾਤਸ਼ਾਹ ਜੀ ਨੇ ਬਚਿੱਤਰ ਨਾਟਕ ਚ ਕਿਹਾ ਹੈ, ਜੇ ਜੇ ਸਹਤ ਯਤਨ ਸੰਦੇਹ ਜੋ ਜੋ ਜਿਹੜੇ ਜਿਹੜੇ ਮਹਾਂਪੁਰਸ਼ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸੰਦੇਹ ਪਿਆਰ ਸਹਿਤ ਪੁਰਜਾ ਪੁਰਜਾ ਕੱਟਣ ਦੀ ਯਤਨ ਪੀੜਾ ਨੂੰ ਸਹਾਰਦੇ ਹਨ। ਪ੍ਰਭ ਕੋ ਸੰਗੇ ਨਾ ਛੋੜਤ ਨੇਹ। ਪ੍ਰਭ ਸੁਨਤ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਕੋ ਦੇ ਸੰਗੇ ਜੋ ਉਹਨਾਂ ਦਾ ਨੇਹ ਪ੍ਰੇਮ ਹੈ ਉਸ ਨੂੰ ਨਾ ਨਹੀਂ ਛੋੜਤ ਛੱਡਦੇ। ਤੇ ਪਰਮਪੁਰੀ ਕਹ ਜਾਹੀ ਤੇ ਉਹ ਜੋ ਸਤਿਗੁਰਾਂ ਤੋਂ ਸਿਰ ਵਾਰਨ ਵਾਲੇ ਹੋਏ ਹਨ ਜਿਨ੍ਹਾਂ ਦਾ ਉੱਪਰ ਜ਼ਿਕਰ ਆਇਆ ਹੈ ਉਹ ਸਾਰੇ ਪਰਮਪੁਰੀ ਸੱਚਖੰਡ ਕਹਿ ਨੂੰ ਜਾਹੀ ਜਾਣਗੇ। ਤੈਨ ਹਰਿ ਸਿਉ ਅੰਤਰੋ ਕਾਛੋ ਨਾਹੀ। ਤਿੰਨਾਂ ਭਾਵ ਸਤਿਗੁਰਾਂ ਤੋਂ ਕੁਰਬਾਨ ਹੋਣ ਵਾਲੇ ਸ਼ਹੀਦਾਂ ਦਾ ਹਾਰੇ ਜੀ ਸਿਉ ਨਾਲੋਂ ਕਾਛੋ ਥੋੜੇ ਮਾਤਰ ਵੀ ਅੰਤਰੋ ਫਰਕ ਨਾਹੀ ਹੈ ਜੀ। ਹਾਰੇ ਹਾਰੇ ਜਨ ਦੁਈ ਏਕ ਹੈ
ਬਿਬ ਵਿਚਾਰ ਕਾਛੋ ਨਾਹੇ, ਜਲ ਤੇ ਉਪਜਤ ਰੰਗ ਜਿਉ, ਜਲ ਹੀ ਵਿਖੈ ਸਮਾਹੇ। ਜੇਨ ਜਾਤਾ ਸੋ ਤਿਸੀ ਜਿਹਾ, ਆਤੇ ਨਿਰਮੈਲੋ ਸੀਜ ਸੇ ਦੇਹਾ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਗੁਰੂ ਗ੍ਰੰਥ ਸਾਹਿਬ ਜੀ ਚ ਬੇਅੰਤ ਪ੍ਰਮਾਣ ਹਨ ਕਿ ਸਤਿਗੁਰੂ ਸਾਹਿਬ ਜੀ ਪਾਰਬ੍ਰਹਮ ਸਰੂਪ ਹਨ। ਜਥਾ ਹਮ ਚਾਕਰ ਗੋਬਿੰਦ ਕੇ, ਠਾਕੁਰ ਮੇਰਾ ਭਾਰਾ। ਕਰਨ ਕਰਾਵਨ ਸਗਲ ਬੇਦੇ, ਸੋ ਸਤਿਗੁਰੂ ਹਮਾਰਾ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਸਾਤੇ ਗੋਰੋ ਮੇਰਾ ਸਦਾ ਸਦਾ। ਨਾ ਆਵੈ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਿ ਸਮਾਏ। ਰਾਮ ਹਮ ਸਾਤੇ ਗੁਰ, ਪਾਰ ਬ੍ਰਹਮ ਕਾਰੇ ਮਾਨੇ। ਸਤਿਗੁਰੂ 10ਵੇਂ ਪਾਤਸ਼ਾਹ ਜੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਮਾਣਾਂ ਅਨੁਸਾਰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਧਿਆਨ ਧਾਰਨ, ਜਪਣ ਅਤੇ ਕੁਰਬਾਨ ਹੋਣ ਵਾਲੇ ਸ਼ਹੀਦ ਵੀ ਰੱਬ ਸਰੂਪ ਹੀ ਹਨ। ਇਸ ਲਈ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਮਹਾਨ ਤੋਂ ਮਹਾਨ ਹੈ। ਯਥਾ ਬਲਿਓ ਚਿਰਾਗੋ ਅੰਧਿਆਰ ਮਹੇ, ਸਭ ਕਲ ਉਦਰੀ ਇੱਕ ਨਾਮ ਧਰਮ। ਪ੍ਰਗਟੋ ਸਗਲ ਹਾਰੇ ਭਵਨ ਮਹੇ, ਜਾਨੋ ਨਾਨਕ ਗੌਰ ਪਾਰ ਬ੍ਰਹਮ। ਰਾਗੋ ਸੂਹੀ ਮਹਲਾ ਪੰਜਵਾ, ਘਰੋ ਚੌਥਾ। ਇੱਕ ਓੰਕਾਰ ਸਾਤੇ ਗੁਰ ਪ੍ਰਸਾਦਿ, ਭਲੀ ਸੁਹਾਵੀ ਛਾਪਰੀ, ਜਾ ਮਹਿ ਗੁਣ ਗਾਏ ਉਥਾਨਕਾ। ਸਰਬ ਸੁਖਾ ਕਾ ਦਾਤਾ ਸਾਤੇ ਗੋਰੋ, ਤਾਕੀ ਸਰਣੀ ਪਾਈਐ। ਸ਼ਹੀਦਾਂ ਦੇ ਸਰਤਾਜ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਆਪਣੇ ਨਿਰਗੁਣ ਸਰੂਪ ਜੀ ਦੁਆਰਾ ਕੋਟਾਨ ਕੋਟ ਬ੍ਰਹਮੰਡਾਂ ਨੂੰ ਰਚਣ ਵਾਲੇ, ਉਬਲਦੀ ਦੇਗ ਅੰਦਰ ਚੌਂਕੜਾ ਲਾਉਣ ਵਾਲੇ, ਤੱਤਾ ਰੇਤਾ ਆਪਣੇ ਸੀਸ ਤੇ ਪਾਉਣ ਵਾਲੇ, ਤੱਤੀ ਤਵੀ ਤੇ ਖਾਣ ਵਾਲੇ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਇੱਕ ਵਾਰੀ ਆਪਣੇ ਰਚੇ ਤੀਰਥ ਸ੍ਰੀ ਤਰਨਤਾਰਨ ਸਾਹਿਬ ਜੀ ਤੋਂ ਤੁਰ ਕੇ ਆਪਣੇ ਨਾਨਕੇ ਘਰ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ। ਭਾਈ ਬਿਧੀ ਚੰਦ, ਭਾਈ ਲੰਗਾਹਾ ਜੀ, ਭਾਈ ਪੁਰਾਣਾ ਜੀ, ਭਾਈ ਗੁਰਦਾਸ ਸਾਹਿਬ ਜੀ, ਭਾਈ ਪੈੜਾ ਸਾਹਿਬ ਜੀ ਆਪ ਪ੍ਰੇਮੀ ਨਾਲ ਸਨ। ਠੰਡ ਦੀ ਰੁੱਤ ਸੀ। ਰਸਤੇ ਚ ਆਉਂਦਿਆਂ ਖਾਨਪੁਰ ਪਿੰਡ ਦੇ ਪਾਸ ਝੁੱਖੜ ਝੁੱਲਿਆ। ਸਿੱਖ ਹਜੂਰ ਦੀ ਆਗਿਆ ਲੈ ਕੇ ਦੌੜ ਕੇ ਪਿੰਡ ਚ ਗਏ। ਕੀ ਦੇਖਿਆ, ਸਾਰਾ ਪਿੰਡ ਹੀ ਸ਼ਰਾਬੀਆਂ ਦਾ ਹੈ। ਕਿਸੇ ਨੇ ਵੀ ਸਤਿਗੁਰਾਂ ਦੇ ਵਿਸਰਾਮ ਲਈ ਜਗ੍ਹਾ ਨਾ ਦਿੱਤੀ। ਪਿੰਡੋਂ ਬਾਹਰ ਉਜਾੜ ਚ ਸਤਿਗੁਰੂ ਸਾਹਿਬ ਜੀ ਦਾ ਖਾਸ ਪ੍ਰੇਮੀ ਪੂਰਨ ਭਗਤ ਭਾਈ ਹੇਮਾ ਜੀ ਟੁੱਟੀ ਝੌਂਪੜੀ ਚ ਵਸਦੇ ਸਨ, ਜੋ ਮਨ ਬਾਣੀ ਸੀਰ ਕਰਕੇ ਸਨਿਗਧ ਪ੍ਰੇਮ ਨਾਲ ਸਤਿਗੁਰੂ ਸਾਹਿਬ ਜੀ ਦੀ ਪ੍ਰੇਮਾ ਭਗਤੀ ਕਰਦੇ ਸਨ। ਭਾਈ ਹੇਮਾ ਜੀ ਛੜਾ ਚੁੱਕ ਕੇ ਜਿਹੜਾ ਅੰਨ ਜੋੜਦੇ, ਉਸ ਨੂੰ ਪੀ ਪਕਾ ਕੇ ਰਾਹੀ ਪਾਂਧੀ ਨੂੰ ਛਕਾਉਂਦੇ। ਛੜਾ ਦਾ ਭਾਵ ਇਹ ਹੈ, ਜਦੋਂ ਜ਼ਿਮੀਂਦਾਰ ਕਣਕ ਵੱਢਦੇ ਹਨ, ਸਿੱਟੇ ਭੁਰ ਜਾਂਦੇ ਹਨ, ਭੁਰਿਆਂ ਸਿੱਟਿਆਂ ਨੂੰ ਥੱਲੇ ਡਿੱਗਿਆਂ ਸਿੱਟਿਆਂ ਨੂੰ ਚੁਗਣਾ ਛੜਾ ਚੁਗਣਾ ਹੀ ਹੈ। ਮਾਇਆ ਤਿਆਗ ਕੇ ਅਤੀ ਹੀ ਪ੍ਰੇਮ ਵਿਰਾਗ ਸਹਿਤ ਰਹਿੰਦੇ ਸਨ। ਜਥਾ ਜਿਹੇ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ। ਕਹੋ ਨਾਨਕ ਸੁਨ ਰੇ ਮਨਾ, ਤਿਹ ਘਾਟੇ ਬ੍ਰਹਮ ਨਿਵਾਸੁ। ਹਰ ਵੇਲੇ ਗੁਰੂ ਗੁਰੂ ਜਪਦੇ ਜਪਾਉਂਦੇ ਸਨ। ਇਹਨਾਂ ਦਾ ਦਿਲੀ ਪ੍ਰੇਮ ਜਾਣ ਕੇ ਅੰਤਰਜਾਮੀ ਸਤਿਗੁਰੂ ਸਾਹਿਬ ਜੀ ਇਹਨਾਂ ਨੂੰ ਨਿਹਾਲ ਕਰਨ ਲਈ ਇਹਨਾਂ ਦੇ ਪਾਸ ਗਏ। ਇਹਨਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਗੁਰੂ ਪ੍ਰੇਸ਼ਰ ਜਾਣ ਕੇ ਭੱਜ ਕੇ ਆ ਕੇ ਚਰਨ ਕਮਲਾਂ ਤੇ ਮੱਥਾ ਰੱਖਿਆ। ਸ੍ਰੀ ਸਤਿਗੁਰੂ ਸਾਹਿਬ ਜੀ ਨੇ ਬੜੇ ਭਾਰੀ ਪਿਆਰ ਨਾਲ ਥਾਪੜਾ ਦਿੱਤਾ। ਇਹਨਾਂ ਨੇ ਆਪਣੇ ਉੱਪਰੋਂ ਕੰਬਲੀ ਲਾਹ ਕੇ ਝਾੜ ਕੇ ਸਤਿਗੁਰਾਂ ਦੇ ਪਰਮ ਪੂਜਨੀਕ ਚਰਨ ਕਮਲਾਂ ਹੇਠ ਵਿਛਾ ਦਿੱਤੀ। ਕਰੋੜਾਂ ਬ੍ਰਹਮੰਡਾਂ ਦੇ ਮਾਲਕ, ਜੋ ਹੁਣ ਸਾਡੇ ਸਵਾਸਾਂ ਨੂੰ ਪ੍ਰਕਾਸ਼ ਰਹੇ ਹਨ, ਸਾਰੇ ਜਗਤ ਦੇ ਜੀਵਨ ਰੂਪ ਹਨ, ਉਤਪਤੀ ਪਾਲਣਾ ਲਹਿਤਾ ਕਰਨ ਨੂੰ ਸਮਰੱਥ ਹਨ, ਸਦਾ ਮਿਹਰਬਾਨ ਪੂਰਨ ਕਲਾਵਾਨ ਸਤਿਗੁਰੂ ਭਗਵਾਨ ਆਪਣੇ ਗਰੀਬ ਪ੍ਰੇਮੀ ਦੀ ਟੁੱਟੀ ਝੁੰਪੜੀ ਚ ਫਟੀ ਕੰਬਲੀ ਤੇ ਬੈਠੇ ਹੋਏ ਟੁੱਟੀ ਝੁੰਪੜੀ ਨੂੰ ਬਹੁਤ ਸ਼ੋਭਾ ਦੇ ਰਹੇ ਹਨ।
ਜਿਵੇਂ ਏਮਨਾਬਾਦ ਚ ਆਪ ਜੀ ਨੇ ਸਤਿਗੁਰੂ ਨਾਨਕ ਦੇਵ ਸਰੂਪ ਚ ਭਾਈ ਲਾਲੋ ਸਾਹਿਬ ਜੀ ਦੀ ਕੁਲੀ ਨੂੰ ਬਹੁਤ ਭਾਰੀ ਸ਼ੋਭਾ ਦਿੱਤੀ ਸੀ। ਭਾਈ ਹਿਮਾ ਜੀ ਗਦ ਗਦ ਨਿਹਾਲ 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 ਹੋ ਗਏ। ਯਥਾ ਹੱਬੇ ਟੋਲ ਸੁਹਾਵਣੇ ਸੌ ਬੈਠਾ ਅੰਗਾਂ ਨੂੰ ਮਾਲੇ। ਇਹਨਾਂ ਨੇ ਸਤਿਗੁਰੂ ਸਾਹਿਬ ਜੀ ਦਾ ਰੋਮ ਰੋਮ ਕਰਕੇ ਅਤੀ ਹੀ ਧੰਨਵਾਦ ਕੀਤਾ। ਅੰਗਾਂ 'ਚ ਖੁਸ਼ੀ ਨਹੀਂ ਸੀ ਮਿਉਂਦੀ ਜਦੋਂ ਜਾਣਿਆ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਨੰਤਰ ਦੇਸਾ ਗੁਰੂ ਪਰਮੇਸ਼ਰ ਜੀ ਦੀ ਦਰਸ਼ਨ ਦਾ ਤੇ ਮਹਾਨ ਖੁਸ਼ੀ ਹੈ। ਦਿਲ ਵਿੱਚ ਵਿਚਾਰਿਆ ਦਰਸ਼ਨ ਦਾਸ ਕੀਲੇ ਦੀ ਟੁੱਟੀ ਫੁੱਟੀ ਝੌਂਪੜੀ 'ਚ ਅੱਜ ਨਾਰਾਇਣ ਸਰੂਪ ਧੰਨ ਸਤਿਗੁਰੂ ਸਾਹਿਬ ਜੀ ਆਪ ਆਏ ਹਨ। ਜਿਵੇਂ ਭੀਲਣੀ ਦੇ ਪਾਸ ਜਾ ਕੇ ਸ੍ਰੀ ਰਾਮਚੰਦਰ ਜੀ ਨੇ ਉਸਦੇ ਝੂਠੇ ਬੇਰ ਖਾਧੇ ਸਨ, ਸ੍ਰੀ ਕ੍ਰਿਸ਼ਨ ਜੀ ਬਿਦਰ ਦੀ ਝੁੱਗੀ 'ਚ ਰਾਤ ਰਹੇ, ਲੂਣਾ ਸਾ ਖਾ ਕੇ ਬੜੇ ਹੀ ਪ੍ਰਸੰਨ ਹੋਏ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਜਪਦਿਆਂ ਜਪਦਿਆਂ ਭਾਈ ਹਿੰਮੇ ਜੀ ਨੇ ਚੱਕੀ ਪੀਸੀ। ਯਥਾ ਤੇ ਸੋ ਗੁਰ ਕੈ ਗ੍ਰਹਿ ਪੀਸੋ ਨੀਤ, ਜੇ ਸੋ ਪ੍ਰਸਾਦ ਵੈਰੀ ਸਮੀਤ। ਫਿਰ ਜਲ ਲਿਆਉਣ ਲਈ ਸਤਿਗੁਰਾਂ ਤੋਂ ਆਗਿਆ ਮੰਗੀ। ਯਥਾ ਪੀਏ ਤਾਂ ਪਾਣੀ ਆਣੀ ਮੀਰਾ, ਖਾਹੇ ਤਾਂ ਪੀਸਣ ਜਾਓ। ਕੋਟ ਬ੍ਰਹਮੰਡ ਦੇ ਰਚਨਹਾਰ ਸ੍ਰੀ ਗੁਰੂ ਜੀ ਨੇ ਪ੍ਰੇਮ ਚ ਢਾਲ ਕੇ ਕਿਹਾ, ਪਾਣੀ ਤਾਂ ਭਾਈ ਇੱਥੇ ਹੀ ਹੈ। ਸ੍ਰੀ ਗੁਰੂ ਸਾਹਿਬ ਜੀ ਝੌਂਪੜੀ ਚੋਂ ਬਾਹਰ ਆਏ। ਸਾਹਮਣੇ ਛੋਟੀ ਜਿਹੀ ਛੱਪੜੀ ਸੀ। ਹੁਕਮ ਕੀਤਾ, ਭਾਈ ਧੰਨ ਗੁਰੂ ਨਾਨਕ ਸਾਹਿਬ ਜੀ ਕਹਿ ਕੇ ਇੱਟ ਪੁੱਟੀ ਝਟਪਟ ਸਾਰੀ ਛੱਪੜੀ ਅੰਮ੍ਰਿਤ ਜਲ ਨਾਲ ਭਰ ਗਈ। ਸ੍ਰੀ ਗੁਰੂ ਜੀ ਕਿਹਾ, ਇਹ ਅੰਮ੍ਰਿਤ ਨਹੀਂ ਸੁੱਕੇਗਾ, ਇੱਥੇ 8 ਕੋਣਿਆਂ ਵਾਲਾ ਸਰੋਵਰ ਸਜੇਗਾ। ਜਿਹੜੇ ਪ੍ਰੇਮੀ ਇਸ ਸ਼ਬਦ ਦੇ ਅਰਥਾਂ ਨੂੰ ਪੜ੍ਹ ਕੇ ਇਸ਼ਨਾਨ ਕਰਨਗੇ ਉਹਨਾਂ ਦੇ ਰੋਗ ਨਿਵਰਤ ਹੋਣਗੇ। ਸੋ ਸੱਚੇ ਮੂਲਕ ਵਰ ਦੇ ਕੇ ਆਪ ਜੀ ਨੇ 5 ਸਿੱਖਾਂ ਸਮੇਤ ਆਪਣੇ ਗਰੀਬ ਪ੍ਰੇਮੀ ਭਗਤ ਜੀ ਦਾ ਰੁੱਖਾ ਮਿੱਸਾ ਭੋਜਨ ਭਾਵ ਕਾਠ ਦੀ ਰੋਟੀ ਛਕ ਕੇ ਇਸ ਨੂੰ ਸ਼ਬਦ ਬਖਸ਼ਿਆ। ਰਾਗੋ ਸੂਹੀ ਮਹਲਾ ਪੰਜਵਾ ਘਾਰੋ ਚੌਥਾ, ਇੱਕ ਓੰਕਾਰ ਸਾਤੇ ਗੁਰ ਪ੍ਰਸਾਦਿ। ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਤੀ ਕਾਮ ਨ ਧੌਲ ਹਰ ਜੇ ਤੋ ਹਾਰੇ ਬਿਸਰਾਏ। ਰਹਾਉ ਆਨੰਦੋ ਗਰੀਬੀ ਸਾਧ ਸੰਗੇ, ਜੇ ਤੋ ਪ੍ਰਭ ਚੇਤੇ ਆਏ। ਜਾਲ ਜਾਓ ਬੜਪਨਾ ਮਾਇਆ ਲਪਟਾਏ, ਪੀਸਾਂ ਨੂੰ ਪੀਸੇ ਓੜੇ ਕਾਮਰੀ। ਸੋਖ ਮਾਨੋ ਸੰਤੋਖ ਆਏ, ਐਸੋ ਰਾਜੋ ਨ ਕਿਤੇ ਕਾਜ, ਜੇ ਤੋ ਨਹ ਤ੍ਰਿਪਤਾਏ। ਨਗਨ ਫਿਰਤ ਰੰਗ ਏਕ ਕੈ, ਉਹ ਸ਼ੋਭਾ ਪਾਏ। ਪਾਟ ਪਟੰਬਰ ਬਿਰਥਿਆ, ਜਿਹ ਰਾਚੇ ਲੋਭਾਏ। ਸਾਸੇ ਸਾਸ ਸਿਮਰਤ ਰਹਾ, ਨਾਨਕ ਦਾਨੁ ਪਾਏ। ਵਾਹਿਗੁਰੂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੰਜਵੇਂ ਮਹਲਾ ਸਰੂਪ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸੂਹੀ ਰਾਗ ਚੋਂ ਚੌਥੇ ਘਰ ਸੁਰ ਤਾਰ ਚੋਂ ਫਰਮਾਉਂਦੇ ਹਨ। ਇੱਕ ਓੰਕਾਰ, ਇੱਕ ਅਦਵੈਤ ਸਰੂਪ ਬ੍ਰਹਮ ਜੀ ਸਾਰਿਆਂ ਦੇ ਪ੍ਰਕਾਸ਼ਕ ਹਨ। ਸਾਤੇ ਗੁਰ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸਰੂਪ ਧਾਰ ਕੇ ਪ੍ਰਸਾਦ ਕਿਰਪਾ ਹੀ ਕਿਰਪਾ ਕਰਨ ਵਾਲੇ ਹਨ। ਹੇ ਗੁਰਸਿੱਖੋ, ਸੰਤ ਸੇਵੀ ਮਹਾਨ ਪਰਉਪਕਾਰੀ ਭਜਨਾਨੰਦੀ ਗੁਰਮੁਖ ਮਹਾਂਪੁਰਸ਼ ਸੰਤੋਖੀ ਭਾਈ ਹਿੰਮੇ ਜੀ ਦੀ ਛਾਪਰੀ ਭਲੀ ਚੰਗੀ ਸੁਹਾਵੀ ਸੋਭਨੀਕ ਹੈ। ਜਾ ਜਿਸ ਮਹਿ ਚੋ ਬੈਠ ਕੇ ਪਰਮ ਪਵਿੱਤਰ ਅੰਮ੍ਰਿਤ ਰੂਪ ਪਰਮ ਮਨੋਹਰ ਰਸ ਪਿੰਨੇ ਕੀਰਤਨ ਦੁਆਰਾ ਹਰੀ ਜੀ ਦੇ ਗੁਣ ਗਾਏ ਹਨ, ਅਥਵਾ ਇਹ ਹਮੇਸ਼ਾ ਹੀ ਭਾਈ ਹਿੰਮੇ ਜੀ ਦੁਆਰਾ ਗਾਏ ਜਾਂਦੇ ਹਨ। ਦੂਜਾ ਅਰਥ ਬ੍ਰਹਮ ਵਿਦਿਆ ਰੂਪੀ ਅਥਵਾ ਗਰੀਬੀ ਵਾਲੀ ਦੇਹ ਰੂਪੀ ਛਪਰੀ ਭਲੀ ਚੰਗੀ ਸੁਹਾਵੀ ਸੋਭਨੀਕ ਹੈ। ਜਾਂ ਜਿਸ ਮਹਿ ਵਿੱਚ ਹਰੀ ਜੀ ਦੇ ਗੁਣ ਗਾਏ ਜਾਂਦੇ ਹਨ। ਕਿਤੀ ਕਾਮ ਨ ਧੌਲ ਹਰ, ਜੇ ਤੋ ਹਾਰੇ ਬਿਸਰਾਏ। ਰਹਾਉ ਧੌਲ ਹਰ ਪੱਕੇ ਮਕਾਨ, ਕਿਤੇ ਕਿਸੇ ਵੀ ਕਾਮ ਕੰਮ ਨਾ ਨਹੀਂ। ਜੇ ਤੋ ਜਿਨ੍ਹਾਂ ਚ ਵਸ ਕੇ ਪਿਆਰੇ ਹਰ ਜੀ ਬਿਸਰਾਏ ਭੁਲਾਏ ਜਾਂਦੇ ਹਨ। ਰਹਾਉ ਵਿਸਰਾਮ ਦੇ ਕੇ ਸੁਣਾਉਂਦੇ ਹਨ। ਆਨੰਦੋ ਗਰੀਬੀ ਸਾਧ ਸੰਗੇ, ਜੇ ਤੋ ਪ੍ਰਭ ਚੇਤੇ ਆਏ। ਪੱਕੇ ਮਕਾਨ ਛੱਡ ਕੇ ਸਾਧ ਗੁਰੂ ਜੀ ਦੇ
सच्चे मिठे चरण कमला सांगे। प्रभ समर्थ वाहिगुरू जी चेते आए, जेतो जिस करके गरीबी दा आनंद प्राप्त होया। जाल जाओ बड़पना माया लपटाए, जिस वड्डे पुणे दे हंकार करके जीव सत्संगत च नहीं जांदा। ਉਹ ਅਸੀਂ ਫਕੀਰਾਂ ਕੋਲ ਜਾਂਦੇ ਚੰਗੇ ਲੱਗਦੇ ਹਾਂ। ਲੋਕ ਕੀ ਕਹਿਣਗੇ? ਹੰਕਾਰ ਕਰਕੇ ਜੋ ਵੱਡੇ ਬਣਨਾ ਹੈ, ਇਹੋ ਵੱਡਪਨਾ ਜਾਲੇ ਸੜ ਜਾਓ ਜਾਵੇ। ਜਿਸ ਵੱਡੇ ਪੁਣੇ ਕਰਕੇ ਮਾਇਆ ਚ ਲੁਟਾਏ ਫਸ ਜਾਂਦਾ ਹੈ। ਪੀਸਾਂ ਨੂੰ ਪੀਸੇ ਓੜੇ ਕਾਮਰੀ, ਸੋਖ ਮਾਨੋ ਸੰਤੋਖ ਆਏ। ਹੇ ਗੁਰਸਿੱਖੋ, ਭਾਈ ਹਿੰਮਤ ਜੀ ਦੇ ਜੀਵਨ ਤੋਂ ਸਿੱਖਿਆ ਪ੍ਰਾਪਤ ਕਰੋ। ਛੜਾ ਚੁੱਕ ਕੇ ਪੀਸਾਂ ਨੂੰ ਚੱਕੀ ਨਾਲ ਪੀਸੇ ਪੀਂਦੇ ਹਨ। ਆਪਣੇ ਉੱਪਰ ਫਟੀ ਕਾਮਰੀ ਕੰਬੜੀ ਓੜੇ ਲੈਂਦੇ ਹਨ। ਸੰਤੋਖ ਆਏ, ਸੰਤੋਖ ਹੋਣੇ ਕਰਕੇ ਇਹਨਾਂ ਦੇ ਮਨ ਚ ਭਾਰੀ ਸੋਖ ਹੈ। ਭਾਈ ਹਿੰਮਤ ਜੀ ਨੇ ਸਰਵਣ ਮੰਨਣ ਅਧਿਆਸਨ ਰੂਪੀ ਪੀਸਾਂ ਨੂੰ ਚੱਕੀ ਨਾਲ ਆਪਣੀਆਂ ਸਾਰੀਆਂ ਵਾਸ਼ਨਾਵਾਂ ਨੂੰ ਪੀਣਾ ਕੀਤਾ ਹੈ ਅਤੇ ਗਰੀਬੀ ਅਥਵਾ ਲੱਜਾ ਰੂਪੀ ਕਾਮਰੀ ਕੰਬੜੀ ਪਹਿਰੀ ਹੈ। ਇਹਨਾਂ ਦੇ ਮਨ ਚ ਸੰਤੋਖ ਆਏ, ਸੰਤੋਖ ਹੋਣੇ ਕਰਕੇ ਇਹਨਾਂ ਦੇ ਮਨ ਚ ਆਤਮਨੰਦ ਸਰਵਵਿਆਪੀ ਮਹਾਬਸਮਾਲ ਸੋਖ ਹੈ। ਐਸੋ ਰਾਜੋ ਨ ਕਿਤੇ ਕਾਜ, ਜੇਤੋ ਨਹਿ ਤ੍ਰਿਪਤਾਏ। ਤਨ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਦੁਨਿਆਵੀ ਰਾਜੋ ਦੀ ਪ੍ਰਾਪਤੀ ਲਈ ਗੁਰੂ ਰਾਮਦਾਸ ਸਾਹਿਬ ਜੀ ਦੇ ਫਟਕਾਰੇ ਸਰਮਦ ਫਕੀਰ ਦੇ ਕਾਤਲ ਦੁਸ਼ਟ ਹੰਕਾਰੀ ਸੰਦੋਖੀ ਪਾਪੀ ਨੌਰੰਗੇ ਨੇ ਆਪਣੇ ਪਿਤਾ ਨੂੰ ਕੈਦ ਕਰਕੇ ਭੁੱਖਾ ਰੱਖ ਕੇ ਮਾਰਿਆ। ਸੁਜਾ ਮੁਹੰਮਦ ਮੁਰਾਦ ਬਖਸ਼ ਦਾਰਾ ਸਕੋ ਆਪਣੇ ਭਰਾਵਾਂ ਨੂੰ ਕਤਲ ਕਰਕੇ ਰਾਜ ਖੋਹਿਆ। ਬੇਨਵਾ ਫਕੀਰ ਵੀ ਮਾਰੇ। ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਸਤੀ ਰਾਮ ਜੀ, ਭਾਈ ਮਤੀ ਦਾਸ ਜੀ ਆਦਿਕ ਬੇਅੰਤ ਪੂਰਨ ਸੰਤਾਂ ਗੁਰਮੁਖਾਂ ਨੂੰ ਭਾਰੀ ਕਸ਼ਟ ਦੇ ਕੇ ਸ਼ਹੀਦ ਕੀਤਾ। ਆਪਣੇ ਰਾਜ ਨੂੰ ਕਾਇਮ ਰੱਖਣ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਦਿੱਲੀ ਦੀ ਸਾਰੀ ਫੌਜ ਚੜਾ ਭੇਜੀ। ਚਾਰੇ ਸਾਹਿਬਜ਼ਾਦੇ ਅਤੇ ਬੇਅੰਤ ਹੀ ਸਿੰਘ ਸਿੰਘਣੀਆਂ ਸ਼ਹੀਦ ਕੀਤੇ। ਸਿੱਖ ਸਿੱਖਣੀਆਂ ਦੇ ਪਿੰਡਾਂ ਦੇ ਪਿੰਡ ਸਾੜ ਕੇ ਤਬਾਹ ਕਰ ਦਿੱਤੇ। ਐਸੋ ਰਾਜੋ ਨ ਕਿਤੇ ਕਾਜ, ਜੇਤੋ ਨ ਤ੍ਰਿਪਤਾਏ। ਐਸੋ ਇਹੋ ਜਿਹਾ ਜ਼ੁਲਮ ਵਾਲਾ ਰਾਜੋ ਕਿਤੇ ਕਿਸੇ ਵੀ ਕਾਜ ਕੰਮ ਨਾ ਨਹੀਂ, ਜੇਤੋ ਜਿਸ ਨੂੰ ਪ੍ਰਾਪਤ ਕਰਕੇ ਤ੍ਰਿਪਤਾਏ ਰੱਜਦਾ ਨਹੀਂ, ਸਗੋਂ ਹੋਰ ਤ੍ਰਿਸ਼ਨਾ ਵੱਧਦੀ ਹੈ। ਯਥਾ ਵੱਡੇ ਵੱਡੇ ਰਾਜਨ ਆਰੋਪ ਹੁਮਨ, ਤਾਕੀ ਤ੍ਰਿਸ਼ਨ ਨਾ ਬੂਝੀ। ਅਥਵਾ ਦੇਹਧਾਰੀ ਗੁਰੂ ਬਣ ਰੂਪ ਐਸੋ ਇਹੋ ਜਿਹਾ ਰਾਜੋ ਕਿਤੇ ਕਿਸੇ ਵੀ ਕਾਜ ਕੰਮ ਨਾ ਨਹੀਂ ਹੈ, ਜੇਤੋ ਜਿਸ ਕਰਕੇ ਆਤਮ ਤ੍ਰਿਪਤੀ ਕਰਕੇ ਤ੍ਰਿਪਤਾਏ ਰੱਜਦਾ ਨਾ ਨਹੀਂ। ਲੋਕਾਂ ਤੋਂ ਆਪਣੀ ਮਨਤਾ ਪੂਜਾ ਕਰਾਉਣ ਚ ਲੱਗ ਕੇ ਅਜਗਰ ਸੱਪ ਬਣਦਾ ਹੈ। ਜਿਨ੍ਹਾਂ ਦੇ ਪਦਾਰਥ ਖਾਦੇ ਹੁੰਦੇ ਹਨ ਉਹ ਇਸ ਦੀ ਦੇਹ ਚੋਂ ਕੀੜੇ ਬਣ ਕੇ ਇਸ ਨੂੰ ਕੱਟ ਕੱਟ ਕੇ ਖਾਂਦੇ ਹਨ। ਗੋਲੀਆਂ ਦਾ ਨਿਸ਼ਾਨਾ ਵੀ ਬਣ ਜਾਂਦਾ ਹੈ। ਨਗਨ ਫਿਰਤ ਰੰਗ ਏਕ ਕੈ, ਉਹ ਸ਼ੋਭਾ ਪਾਏ। ਹੇ ਭਾਈ, ਭਾਈ ਹਿੰਮਤ ਜੀ ਵਾਂਗ ਜਿਹੜਾ ਪ੍ਰੇਮੀ ਸੇਵਕ ਪੂਰਨ ਗਰੀਬੀ ਧਾਰ ਕੇ ਇੱਕ ਵਾਹਿਗੁਰੂ ਜੀ ਕਹਿ ਦੇ ਪ੍ਰੇਮ ਰੰਗੇ ਚ ਰੰਗਿਆ ਹੋਵੇ, ਉਹ ਨਗਨ ਨੰਗਾ ਅਥਵਾ ਮਾਇਆ ਪਦਾਰਥ ਵੱਲੋਂ ਭੁੱਖਾ ਨੰਗਾ ਫਿਰਦਾ ਵੀ ਸ਼ੋਭਾ ਪਾਉਂਦਾ ਹੈ। ਜਥਾ ਐਸੀ ਸ਼ੋਭਾ ਜਨੇ ਕੀ ਜੇ ਵਾਡੋ ਹਾਰੇ ਪਰਤਾਪੈ। ਪਾਟ ਪਟੰਬਰ ਬਿਰਥਿਆ ਜਿਹ ਰਾਚੇ ਲੋਭਾਏ, ਉਹ ਪਾਟ ਪਟ ਦੇ ਸੋਹਣੇ ਕੂਲੇ ਵਸਤਰ ਪਟੰਬਰ ਪਸ਼ਮੀਨੇ ਦੇ ਵਸਤਰ ਪਹਿਨੇ ਹੋਏ ਬਿਰਥਿਆ ਵਿਅਰਥ ਹਨ। ਜਿਨ੍ਹਾਂ ਚ ਰਚ ਕੇ ਵਿਸ਼ੇ ਵਿਕਾਰਾਂ ਲੋਭਾਏ ਮੋਹਤ ਖਚਿਤ ਹੋ ਜਾਂਦਾ ਹੈ। ਜਥਾ ਬਾਬਾ ਹੋਰ ਪਹਿਨਾਂ ਨੂੰ ਖੁਸ਼ੀ ਖੁਆਰੂ, ਜੇ ਤੋ ਪੈਦਾ ਤਾਨੂੰ ਪੀੜੀਐ ਮਨ ਮਹਿ ਚਲਹਿ ਵਿਕਾਰ। ਭਗਦਨਾ ਕਾ ਲੂਗਰਾ ਓੜੇ ਨਗਰ ਨ ਹੋਈ, ਸਾਗਤ ਸਿਰੋ ਪਉ ਰੇਸ਼ਮੀ ਪਹਿਰਤ ਪਾਤੇ ਖੋਈ। ਸਭ ਕਿਛੋ ਤੁਮਰੇ ਹਾਥੇ ਪ੍ਰਭ ਆਪੇ ਕਰੇ ਕਰਾਏ। ਧੰਨ ਸਤਿਗੁਰੂ ਸਾਹਿਬ ਜੀ ਕਿਹਾ, ਹੇ ਪਿਆਰੇ ਜੀ, ਜੋ ਆਪ ਜੀ ਦੀ ਸ਼ੁਭ ਕਾਮਨਾ ਹੈ
ਉਸ ਨੂੰ ਕਰਤਾਰ ਜੀ ਪੂਰੀ ਕਰਨ। ਅੱਗੋਂ ਕਣੀ ਨਿਮਰਤਾ ਨਾਲ ਪ੍ਰੇਮ ਬੇਨਤੀ ਕੀਤੀ। ਸਭੋ ਕਿਛੋ ਤੁਮਰੇ ਹਾਥ ਹੈ ਪ੍ਰਭ, ਆਪੇ ਕਰੇ ਕਰਾਏ। हे ਪ੍ਰਭ ਸਰੂਪ ਸਤਿਗੁਰੂ ਸਾਹਿਬ ਜੀ, ਸਭੋ ਕਿਛੋ ਤੁਮਰੇ ਆਪ ਜੀ ਦੇ ਹਾਥ ਹੈ, ਆਪ ਜੀ ਹੀ ਬਖਸ਼ਿਸ਼ ਕਰੇ ਕਰਦੇ ਹੋ ਜੀ। ਜਿਨ੍ਹਾਂ ਤੇ ਬਖਸ਼ਿਸ਼ ਕਰਦੇ ਹੋ ਉਹਨਾਂ ਤੋਂ ਅੱਗੇ ਬਖਸ਼ਿਸ਼ ਕਰਾਏ ਕਰਾਉਂਦੇ ਹੋ ਜੀ। ਜਥਾ ਖਿਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। हे ਕਲ ਯੁਗ ਜਹਾਜ ਪ੍ਰਭ ਸਤਿਗੁਰੂ ਗ੍ਰੰਥ ਸਾਹਿਬ ਜੀ, ਸਭੋ ਕਿਛੋ ਤੁਮਰੇ ਆਪ ਜੀ ਦੇ ਹੱਥ ਹੈ। ਆਪ ਜੀ ਗੁਰਬਾਣੀ ਦੀ ਬਖਸ਼ਿਸ਼ ਕਰਕੇ ਜੀਆਂ ਦੀ ਕਲਿਆਣ ਆਪੇ ਕਰੇ ਕਰ ਅਤੇ ਆਪਣੇ ਸਾਜੇ ਮਹਾਂਪੁਰਸ਼ਾਂ ਤੋਂ ਕਰਵਾ ਰਹੇ ਹੋ ਜੀ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਸਨਮੁਖ ਉਚਾਰਦੇ ਹਨ, हे ਪ੍ਰਭ ਵਾਹਿਗੁਰੂ ਜੀ, ਸਭੋ ਕਿਛੋ ਤੁਮਰੇ ਆਪ ਜੀ ਦੇ ਹਾਥ ਹੈ, ਆਪੇ ਜੀ ਜੋ ਚਾਹੋ ਕਰੇ ਕਰਾਏ ਕਰਵਾ ਸਕਦੇ ਹੋ। ਆਪਣੀ ਮੌਜ ਅਨੁਸਾਰ ਹਰ ਵਕਤ ਕੋਟ ਅਨਕੋਟ ਬ੍ਰਹਮੰਡਾਂ ਰਚਦੇ ਅਤੇ ਲੈ ਕਰਦੇ ਹੋ ਜੀ। ਜਸਾ ਖੇਨ ਮਹਿ ਥਾਪੇ ਉਥਾਪਨ ਹਾਰਾ, ਅੰਤੋ ਨਹੀਂ ਕਿਛੋ ਪਾਰਾ ਵਾਰਾ। ਛਿਨ ਮਹਿ ਰਾਉ ਰੰਕ ਕਉ ਕਰਈ, ਰਾਉ ਰੰਕ ਕਾਰੇ ਡਾਰੇ। ਰੀਤੇ ਭਰੇ ਸਖਨਾਵੈ, ਯਹ ਤਾਕੋ ਵਿਵਹਾਰੇ। ਸਾਸੇ ਸਾਸ ਸਿਮਰਤ ਰਹਾ, ਨਾਨਕ ਦਾਨੁ ਪਾਏ। ਭਾਈ ਹੇਮੇ ਜੀ ਨੇ ਪੂਰਨ ਸਤਿਗੁਰਾਂ ਤੋਂ ਇਹ ਦਾਨ ਮੰਗਿਆ, ਅਥਵਾ ਵਾਹਿਗੁਰੂ ਨਾਨਕ ਸਤਿਗੁਰੂ ਸ੍ਰੀ ਗੁਰੂ ਪੰਜਵੇਂ ਪਾਤਸ਼ਾਹ ਜੀ ਵਾਹਿਗੁਰੂ ਜੀ ਤੋਂ ਇਹ ਦਾਨ ਮੰਗਦੇ ਹਨ। हे ਵਾਹਿਗੁਰੂ ਜੀਓ, ਦਾਸਨ ਦਾਸੇ ਅਮੋਲਕ ਦਾਨ ਪਾਵੇ, ਜੋ ਸਾਸੇ ਆਪ ਜੀ ਦਾ ਨਾਮ ਸਿਮਰਦਾ ਰਹਾ ਰਹੇ। ਦਾਨ ਮੰਗਣਾ ਕਣੀ ਤੋਂ ਕਣੀ ਅਤਿਅੰਤ ਹੀ ਕਣੀ ਨਿਮਰਤਾ ਹੈ। ਮੁੱਲ ਦੇ ਕੇ ਖਰੀਦਣ ਵਾਲਾ ਵੇਚਣ ਵਾਲੇ ਦਾ ਅਹਿਸਾਨ ਨਹੀਂ ਮੰਨਦਾ, ਪਰ ਦਾਨ ਲੈਣ ਵਾਲਾ ਦਾਤੇ ਦਾ ਬੜਾ ਹੀ ਅਹਿਸਾਨ ਮੰਨਦਾ ਹੈ, ਕਿਉਂਕਿ ਦਾਨ ਲੈਣ ਵਾਲਾ ਉਸਦੇ ਇਵਜ਼ ਵਿੱਚ ਕੁਝ ਵੀ ਨਹੀਂ ਦਿੰਦਾ। ਸੋ ਧੰਨ ਸ੍ਰੀ ਗੁਰੂ ਜੀ ਨੇ ਅਤੀ ਹੀ ਨਿਮਰਤਾ ਨਾਲ ਨਾਮ ਸਿਮਰਨ ਦਾ ਦਾਨ ਮੰਗਿਆ ਹੈ। ਇਹ ਨਿਮਰਤਾ ਗਰੀਬੀ ਦੀ ਹੱਦ ਹੈ। ਜਥਾ ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨੋ ਚਾਰੀ।